ਸੋ ਇੱਕ ਵਾਰੀ ਫੇਰ ਅੱਜ ਵੀਜ਼ਾ ਐਕਸਪਰਟ ਸਚਿਨ ਜੀ ਨਾਲ ਗੱਲਬਾਤ ਕਰਦੇ ਹਾਂ। ਪਿਛਲੇ ਕੁਝ ਸਮਾਂ ਦੇ ਵਿੱਚ ਜਦੋਂ ਕੋਵਿਡ ਦਾ ਜਿਹੜਾ ਪ੍ਰਕੋਪ ਘਟਿਆ ਤਾਂ ਬਹੁਤ ਹੀ ਜਿਹੜੀਆਂ ਫਲਾਈਟਾਂ ਨੇ ਜੋ ਸਟੂਡੈਂਟ ਨੇ ਉਹਨਾਂ ਦਾ ਇੱਕ ਸਲਾਬ ਉਮੜ ਪਿਆ ਕੈਨੇਡਾ ਜਾਣ ਦੇ ਲਈ, ਤੇ ਕੈਨੇਡਾ ਦੀਆਂ ਟਿਕਟਾਂ ਵੀ ਜਿਹੜੀਆਂ ਉਹ 3-3 4-4 ਲੱਖ ਦੀਆਂ ਵਿਕੀਆਂ। ਇਸ ਸਮੇਂ ਦਰਮਿਆਨ ਇਸ ਤਰ੍ਹਾਂ ਲੱਗਿਆ ਵੀ ਜਿਵੇਂ ਬਹੁਤ ਸਾਰੇ ਵੀਜ਼ੇ ਜਿਹੜੇ ਨੇ ਰੋਜ਼ਾਨਾ ਮਿਲ ਰਹੇ ਨੇ ਤੇ ਜਿਹੜੇ ਸਟੂਡੈਂਟ ਨੇ ਉਹ ਬਾਹਰ ਜਾ ਰਹੇ ਨੇ। ਪਰ ਥੋੜ੍ਹੇ ਚਿਰ ਬਾਅਦ ਹੀ ਜਦੋਂ ਇਹ ਸਾਰਾ ਪਾਣੀ ਨਿੱਤਰਿਆ ਤਾਂ ਪਤਾ ਲੱਗਿਆ ਬਹੁਤ ਹੀ ਰਿਜੈਕਸ਼ਨ ਰੇਟ ਹੈ ਜਿਹੜੀ ਉਹ ਵੱਡੀ ਚੱਲ ਰਹੀ ਹੈ। ਬਹੁਤ ਸਾਰੇ ਐਸੇ ਸਟੂਡੈਂਟ ਜੋ ਸਚਿਨ ਜੀ ਨੇ ਦੱਸਿਆ ਵੀ ਸਾਡੇ ਕੋਲ ਆਉਂਦੇ ਨੇ ਜਿਨ੍ਹਾਂ ਦੇ ਵੀਜ਼ੇ ਰਿਜੈਕਟ ਹੋਏ ਨੇ ਜਾਂ ਉਹਨਾਂ ਦੇ ਵੀਜ਼ੇ ਆਏ ਹੀ ਨਹੀਂ, ਤੇ ਬਾਇਓਮੈਟ੍ਰਿਕ ਦੀ ਜਿਹੜੀ ਅੱਡ ਪ੍ਰੋਬਲਮ ਚੱਲ ਰਹੀ ਹੈ ਜਿਸ ਦੀ ਡੇਟ ਲੈਣੀ ਅੱਜ ਵੀਜ਼ੇ ਤੋਂ ਵੀ ਮੁਸ਼ਕਲ ਹੋਈ ਪਈ ਆ। ਤੇ ਜੋ ਅੱਜ ਦੀ ਤਾਜ਼ਾ ਖਬਰ ਹੈ, ਜੋ ਅੱਜ ਦੀ ਪੰਜਾਬ ਗੌਰਮੈਂਟ ਨੂੰ ਵੀ ਇੱਕ ਬਿਆਨ ਦੇਣਾ ਪਿਆ ਵੀ ਬਾਇਓਮੈਟ੍ਰਿਕ ਦੇ ਵਿੱਚ ਜੋ ਧਾਂਦਲੀ ਹੋ ਰਹੀ ਹੈ ਉਸ ਨੂੰ ਰੋਕਣ ਦੇ ਲਈ ਸਾਨੂੰ ਕਾਨੂੰਨ ਬਣਾਉਣਾ ਪਵੇਗਾ। ਸੋ ਅਜਿਹੀਆਂ ਛੋਟੀਆਂ ਗੱਲਾਂ ਨੇ ਪਰ ਬਹੁਤ ਹੀ ਅਹਿਮ ਨੇ, ਕਿਉਂਕਿ ਸਟੂਡੈਂਟਸ ਦੇ ਨਾਲ ਤੇ ਸਟੂਡੈਂਟ ਦੀ ਜਿਹੜੀ ਅੱਗੇ ਜ਼ਿੰਦਗੀ ਉਹਦੇ ਨਾਲ ਜੁੜੀਆਂ ਹੋਈਆਂ ਨੇ। ਸਚਿਨ ਜੀ ਨੂੰ ਪੁੱਛਦੇ ਆ ਵੀ ਜੋ ਅੱਜ ਕੈਨੇਡਾ ਦੀ ਅਸਲ ਪੋਜੀਸ਼ਨ ਹੈ, ਕੀ ਵੀਜ਼ਿਆਂ ਦੀ ਉੱਥੇ ਤੰਗੀ ਆ ਰਹੀ ਹੈ ਜਾਂ ਜੋ ਅਖਬਾਰਾਂ ਦੇ ਵਿੱਚ ਲਿਖਿਆ ਹੈ ਕਿ ਅਸੀਂ ਰੋਜ਼ਾਨਾ ਜਿਹੜੇ ਉੱਥੇ ਉਹ PR ਹੋ ਰਹੀਆਂ ਨੇ, ਇਹਦੇ 'ਚ ਕੀ ਅੰਤਰ ਹੈ ਦੋਨਾਂ ਗੱਲਾਂ ਵਿੱਚ? ਹਾਂਜੀ ਸਚਿਨ ਜੀ, ਅਸੀਂ ਜਾਣਨਾ ਚਾਹਾਂਗੇ। ਸਤਿ ਸ਼੍ਰੀ ਅਕਾਲ ਸਾਹਿਬ। ਗਰਵਰ ਸਾਹਿਬ, ਤੁਸੀਂ ਬੜਾ ਵਧੀਆ ਹੀ ਟੌਪਿਕ ਅੱਜ ਫਿਰ ਦੁਬਾਰਾ ਲੈ ਕੇ ਆਏ ਹੋ ਸਾਡੇ ਦਫ਼ਤਰ ਵੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਜੇ ਆਪਾਂ ਅੱਜ ਗੱਲ ਕਰੀਏ ਕੈਨੇਡਾ ਦੀ ਤਾਂ ਜਨਵਰੀ ਇਨਟੇਕ ਆਲਮੋਸਟ ਹੀ ਖਤਮ ਹੋ ਚੁੱਕਿਆ ਹੈ। ਮਈ ਇਨਟੇਕ ਓਪਨ ਹੈ ਤੇ ਸਤੰਬਰ ਇਨਟੇਕ ਬਹੁਤ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ ਓਪਨ ਹੈਗਾ, ਜਿਹੜੇ ਸਾਡੇ ਸਾਰੇ ਤਕਰੀਬਨ ਸਟੂਡੈਂਟਸ ਨੂੰ ਪਤਾ ਹੈ। ਸਾਡੇ ਕੋਲ ਹਜੇ ਵੀ ਕਾਲਸ ਆਉਂਦੀਆਂ ਵੀ ਸਰ ਸਾਨੂੰ ਜਨਵਰੀ 'ਚ ਸੀਟ ਚਾਹੀਦੀ ਹੈ, ਬਟ ਇਟਸ ਟੂ ਅਰਲੀ, ਕਿਉਂਕਿ 15 ਜਨਵਰੀ ਤੱਕ ਵੀਜ਼ਾ ਲੈਣਾ ਬਹੁਤ ਹੀ ਟਫ ਹੈ, ਕਿਉਂਕਿ ਉੱਥੇ ਸਟੂਡੈਂਟ ਦਾ ਜਿਹੜਾ ਟਾਈਮਿੰਗ ਹੈਗਾ ਸਟੂਡੈਂਟ ਵੀਜ਼ਾ ਫਾਈਲਿੰਗ ਦਾ, ਉਹ ਘੱਟੋ ਘੱਟ 10 ਵੀਕ ਦਾ ਆ ਰਿਹਾ, ਜਿਸ ਦੇ ਵਿੱਚ ਸਾਨੂੰ ਟਾਈਮ ਦੇਣਾ ਹੀ ਪੈਣਾ ਹੈ। ਤਾਂ ਬੱਚਾ ਇਸ ਤੋਂ ਜਗ੍ਹਾ ਮਾਰਚ ਇਨਟੇਕ ਜਾਂ ਫਿਰ ਮਈ ਇਨਟੇਕ ਜਾਂ ਸਤੰਬਰ ਜਾਂ ਜੁਲਾਈ ਇਨਟੇਕ ਵੀ ਉੱਥੇ ਲੈ ਸਕਦਾ ਹੈ। ਬਹੁਤ ਸਾਰੇ ਕਾਲਜਿਸ ਹਰ ਇੱਕ ਤਰ੍ਹਾਂ ਦੇ ਇਨਟੇਕ ਅਵੇਲੇਬਲ ਹੈਗੇ। ਦੂਜੀ ਗੱਲ ਆਪਾਂ ਗੱਲ ਕਰੀਏ, ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਬੱਚੇ ਦੇ ਜਿਹੜੇ ਰਿਫਿਊਜ਼ਲਸ ਆਏ ਨੇ ਜਾਂ ਕੀ ਆਇਆ ਤਾਂ ਉਹਦਾ ਕੀ ਕਾਰਨ ਰਹੇ ਨੇ, ਉਹ ਬੱਚਿਆਂ ਨੇ ਔਰ ਸਭ ਨੇ ਅਸੀਂ ਰਲ ਕੇ ਦੇਖਿਆ ਵੀ ਜ਼ਿਆਦਾਤਰ ਬੱਚਿਆਂ ਦੀ ਇਨਰੈਲੀਵੈਂਟ ਸਟੱਡੀ ਜਾਂ ਇਨਰੈਲੀਵੈਂਟ ਕੋਰਸਿਸ ਕਰਕੇ ਰਹੇ ਨੇ, ਜਾਂ ਫਿਰ ਕਿਸੇ ਬੱਚੇ ਦਾ 5.5 ਰਹੇ ਨੇ ਬਟ ਉਹਨੂੰ ਕਾਲਜਿਸ 6 ਵਾਲਾ ਲੈ ਦਿੱਤਾ ਗਿਆ, ਕਿਉਂਕਿ ਉਸ ਟਾਈਮ ਕੋਵਿਡ ਦੇ ਵਿੱਚ ਕੀ ਹੋਇਆ ਕਿ ਸਾਰੇ ਕਾਲਜਿਸ ਨੂੰ ਐਂ ਲੱਗਿਆ ਕਿ ਸਟੂਡੈਂਟ ਦਾ ਕਿਸੇ ਨੇ ਆਉਣਾ ਨਹੀਂ, ਜਿਹੜੀ ਸੀਟ ਸੀ ਉਹ ਫਿਲਫਿਲ ਕਰਨ ਦੇ ਲਈ ਕਾਲਜਿਸ ਨੇ ਆਪਣਾ ਉਹ ਕੀਤਾ। ਤੇ ਉਹ ਜਦੋਂ ਹੁਣ ਐਮਬੈਸੀ ਨੇ ਉਹਨਾਂ ਨੂੰ ਰਿਫਿਊਜ਼ਲ ਦਿੱਤਾ ਤਾਂ ਬੱਚੇ ਬਹੁਤ ਜ਼ਿਆਦਾ ਡਿਪਰੈਸ ਹੋਏ ਨੇ ਇਸ ਗੱਲ ਨੂੰ ਲੈ ਕੇ ਵੀ ਸਾਡਾ ਤਾਂ ਇੰਨਾ ਅੱਛਾ ਬੈਂਡ ਸਕੋਰ ਸੀ 6.6 ਸੀ, 5.5 ਸੀ, ਪਰ ਸਾਨੂੰ ਰਿਫਿਊਜ਼ ਕਰ ਦਿੱਤਾ। ਪਰ ਸਾਡੇ ਬਹੁਤ ਸਾਰੇ ਸਟੂਡੈਂਟ ਨੂੰ ਅਸੀਂ ਵੀਜ਼ਾ ਗ੍ਰਾਂਟ ਕਰਾ ਕੇ ਦਿੱਤਾ, ਕਿਉਂਕਿ ਸਾਨੂੰ ਆਲਰੇਡੀ ਪਤਾ ਸੀ ਕਿ ਉਹਨਾਂ ਦੀ 6 ਈਚ ਦੀ ਰਿਕੁਆਇਰਮੈਂਟ ਅਸੀਂ ਉਸ ਕਾਲਜ 'ਚ ਅਸੀਂ ਅਪਲਾਈ ਹੀ ਨਹੀਂ ਕਰਦੇ ਜਿੱਥੇ ਆਲਰੇਡੀ ਬੱਚੇ 5.5 ਹੈ ਔਰ ਕਾਲਜ ਦੀ ਰਿਕੁਆਇਰਮੈਂਟ 6 ਈਚ ਹੈ। ਤਾਂ ਇਸ ਕਰਕੇ ਸਾਨੂੰ ਸਾਰਾ ਕੁਝ ਦੇਖਣਾ ਪੈਂਦਾ ਹੈ ਕੀ ਹੈਗਾ ਕੀ ਨਹੀਂ ਹੈਗਾ ਕੈਨੇਡਾ ਦੇ ਵਿੱਚ, ਤਾਂ ਸਾਰਾ ਕੁਝ ਹੈਗਾ। ਬੱਚੇ ਕੋਲ ਬਹੁਤ ਸਾਰੇ ਆਪਸ਼ਨ ਅੱਜ ਵੀ ਅਵੇਲੇਬਲ ਹੈਗੇ ਨੇ ਕੈਨੇਡਾ ਦੇ ਵਿੱਚ। ਮਈ ਇਨਟੇਕ ਦੇ ਵਿੱਚ ਬਹੁਤ ਸਾਰੇ ਆਪਸ਼ਨ ਹਨ, ਮਾਰਚ ਇਨਟੇਕ ਹੈਗੇ ਮੌਂਟਰੀਅਲ ਸਾਈਡ ਦੀ ਤਰਫ, ਤੇ ਜੁਲਾਈ ਇਨਟੇਕ ਹੈਗਾ ਟੋਰਾਂਟੋ ਦੇ ਵਿੱਚ ਵੀ ਹੈਗਾ, ਮੌਂਟਰੀਅਲ ਦੇ ਵਿੱਚ ਹਰ ਇੱਕ ਜਗ੍ਹਾ ਅਵੇਲੇਬਲ ਹੈਗਾ। ਉਸ ਤੋਂ ਬਾਅਦ ਸਪਟੈਂਬਰ ਇਨਟੇਕ ਹੈਗਾ। ਜੇ ਬੱਚਾ ਗੱਲ ਕਰਦਾ ਕਿ ਮੈਂ ਇੰਨੀ ਦੇਰ ਪਹਿਲਾਂ ਅਪਲਾਈ ਕਿਉਂ ਕਰਾਂਗਾ, ਮੈਂ ਤਾਂ ਟਾਈਮ 'ਤੇ ਹੀ ਅਪਲਾਈ ਕਰਾਂਗਾ, ਇਹਦੀ ਅੱਜ ਅਪਲਾਈ ਕਰਨਾ ਸ਼ੁਰੂ ਕਰਦਾ ਤਾਂ 1 ਮਹੀਨੇ ਤੋਂ ਲੈ ਕੇ 1.5 ਮਹੀਨਾ ਉਸਨੂੰ ਆਫਰ ਲੈਟਰ ਨੂੰ ਲੱਗ ਰਿਹਾ। ਉਸ ਦਾ ਫੀਸ ਟ੍ਰਾਂਸਫਰ ਕਰਦਾ ਤਾਂ 10 ਦਿਨ ਦਾ ਅਗਲਾ ਪ੍ਰੋਸੈਸ ਹੁੰਦਾ ਤੇ ਫਾਈਲ ਸਬਮਿਸ਼ਨ ਹੁੰਦੀ ਹੈ। 3 ਮਹੀਨੇ ਘੱਟੋ ਘੱਟ ਐਮਬੈਸੀ ਨੂੰ ਆਪਾਂ ਨੂੰ ਦੇ ਕੇ ਚੱਲਣਾ ਪੈਣਾ ਹੈ। ਦੇਖੋ ਜਵਾਬ ਚਾਹੇ 1 ਦਿਨ 'ਚ ਆ ਜਾਏ, ਪਰ ਆਪਾਂ 3 ਮਹੀਨੇ ਦਾ ਸਮਾਂ ਤਾਂ ਘੱਟੋ ਘੱਟ 10 ਤੋਂ 12 ਹਫ਼ਤੇ ਜੋ ਪ੍ਰੋਸੈਸਿੰਗ ਟਾਈਮ ਉੱਥੇ ਇਮੀਗ੍ਰੇਸ਼ਨ ਦਾ ਆ ਰਿਹਾ ਆਪਾਂ ਉਹ ਲੈ ਕੇ ਚੱਲਣਾ ਪੈਣਾ। ਇਹ ਜਿਹੜਾ ਮਤਲਬ ਤੁਸੀਂ ਦੱਸ ਰਹੇ ਹੋ ਵੀ 3 ਮਹੀਨੇ ਦਾ ਆਪਾਂ ਨੂੰ ਸਮਾਂ ਜਿਹੜਾ ਹੈ ਜ਼ਰੂਰੀ ਹੈ, ਜਿਹੜਾ ਉਹਨਾਂ ਨੂੰ ਚਾਹੀਦਾ ਆਪਾਂ ਨੂੰ ਬੱਚਿਆਂ ਦੇ ਲਈ, ਸਟੂਡੈਂਟ ਜਿਹਨੇ ਜਾਣਾ ਹੈ। ਪਰ ਜਿਹੜੀ ਇੱਕ ਕਸ਼ਮਕਸ਼ ਬਣੀ ਪਈ ਹੈ ਜੀ ਸਾਰੀ ਵੀ ਵਾਹੋਦਾਹੀ ਹੋ ਜਾਂਦੀ ਹੈ, ਜਿਵੇਂ ਹੁਣ ਥੋੜ੍ਹਾ ਜਿਹਾ ਸਮਾਂ ਉਹਨਾਂ ਕੱਢਿਆ ਤੇ ਟਿਕਟਾਂ ਬੂਸਟ ਕਰ ਗਈਆਂ, ਇਹ ਕੋਈ ਰਸਤਾ ਨਹੀਂ ਮਿਲਦਾ। ਇਹ ਕੀ ਗੱਲ ਵੀ ਇਨਫੋਰਮੇਸ਼ਨ ਦੀ ਕਮੀ ਹੈ ਜਾਂ ਜਿਹੜੇ ਏਜੰਟਸ ਨੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ? ਸਰ ਏਜੰਟਸ ਨੂੰ ਵੀ ਜਾਣਕਾਰੀ ਹੈ, ਲੋਕਾਂ ਨੂੰ ਵੀ ਜਾਣਕਾਰੀ ਹੈ, ਸਾਰਿਆਂ ਨੂੰ ਜਾਣਕਾਰੀ ਹੈ। ਐਕਚੁਅਲ 'ਚ ਜੋ ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਹੁਣੇ ਇੱਕ 15 ਦਿਨ ਪਹਿਲਾਂ ਕੇਸ ਦੀ ਗੱਲ ਦੱਸਦਾ। ਇੱਕ ਕੁੜੀ ਦਾ ਵੀਜ਼ਾ ਆਇਆ, ਕੁੜੀ ਨੇ ਆਪਣੇ ਰਿਸ਼ਤੇਦਾਰ ਨੂੰ ਕੈਨੇਡਾ ਵੀ ਕਹਿਤਾ ਵੀ ਤੁਸੀਂ ਵੀ ਟਿਕਟ ਦੇਖੋ, ਸਾਨੂੰ ਵੀ ਕਹਿਤਾ ਤੁਸੀਂ ਵੀ ਟਿਕਟ ਦੇਖੋ। ਉਸਨੇ ਪਟਿਆਲੇ ਦੇ ਵਿੱਚ ਘੱਟੋ ਘੱਟ 15 ਏਜੰਟਸ ਨੇ 15 ਬੰਦਿਆਂ ਨੂੰ ਕਹਿਤਾ ਕਿ ਮੈਨੂੰ ਟਿਕਟ ਚਾਹੀਦੀ ਹੈ। ਤਾਂ ਜਦੋਂ ਇੱਕ ਟਿਕਟ ਸਰਚ ਕਰਨ ਨੂੰ ਘੱਟੋ ਘੱਟ 20 ਜਣੇ ਲੱਗੇ ਹੋਣਗੇ, ਤਾਂ ਜਿਹੜੀ ਆਪਣਾ ਸਾਡੀ 에ਅਰਲਾਈਨ ਇੰਡਸਟਰੀ ਹੈਗੀ ਆ ਫਲੈਕਸੀ ਮੋਡ ਤੇ ਚੱਲਦੀ ਹੈ। ਫਲੈਕਸੀ ਮੋਡ ਦਾ ਕੀ ਮਤਲਬ ਹੈ, ਕਿੰਨੀ ਜ਼ਿਆਦਾ ਡਿਮਾਂਡ ਹੈ ਤਾਂ ਉਸ ਹਿਸਾਬ ਨਾਲ ਉਹਦਾ ਰੇਟ ਹੈ।
ਤਾਂ ਜਦੋਂ ਇੱਕ ਬੱਚਾ 20 ਜਣਾਂ ਨੂੰ ਕਰ ਰਿਹਾ ਤਾਂ ਇਟ ਮੀਨਸ ਜੇ 500 ਬੱਚੇ ਨੂੰ ਵੀਜ਼ਾ ਆਇਆ ਤਾਂ ਸਮਝੋ 15000 ਵਾਰ ਇੱਕ ਟਿਕਟ ਸਰਚ ਕੀਤੀ ਗਈ, ਜਦਕਿ ਇੱਕ ਜਹਾਜ਼ ਵਿੱਚ ਤਾਂ ਸੀਟਾਂ ਸਾਰੀਆਂ 250 300 ਹੀ ਨੇ। ਤਾਂ ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਕਿੰਨੀ ਸਾਨੂੰ 에ਅਰਬਸ ਬੁੱਕ ਕਰਨੀਆਂ ਪੈਣਗੀਆਂ ਜਿਹੜੀ ਇੰਨੀ ਟਿਕਟ ਸਰਚ ਟਿਕਟ ਤਾਂ ਜਦਕਿ ਉਨੀ ਕੀ ਹੋ ਰਹੀ ਹੈ, ਕਿਉਂ ਐਮਬੈਸੀ ਦਾ ਫਲੋ ਵੀ ਉਨਾ ਹੀ ਹੈ ਵੀਜ਼ਾ ਦੇਣ ਦਾ, ਬੱਚਾ ਵੀ ਉਨਾ ਹੀ ਹੈ। ਉਹ ਟਿਕਟ ਦਾ ਰੇਟ ਕੀ ਹੈ, ਕੁਝ ਜਿਹੜੇ ਸਾਡੇ ਬਲੈਕ ਮਾਰਕੀਟਿੰਗ ਵਾਲੇ ਹੈਗੇ ਨੇ ਉਹ ਉਹਨਾਂ ਨੂੰ ਲੱਗਦਾ ਕਿ ਦੈਟ ਇਜ਼ ਅ ਸਿਚੁਏਸ਼ਨ, ਪਿਛਲੇ 1 ਸਾਲ ਤੋਂ ਸਟਕ ਰਹੇ ਹੈ ਤਾਂ ਹੁਣ ਇੱਕ ਓਪਰਚੁਨਿਟੀ ਮਿਲੀ ਹੈ। ਤਾਂ ਉਹ ਤੁਸੀਂ, ਮੈਂ ਅੱਜ ਖੁਦ ਕਹਿਣਾ ਕਿ ਤੁਸੀਂ ਅਪ੍ਰੈਲ 22 ਦੀ ਡੇਟ ਪਾ ਕੇ ਤੁਸੀਂ ਟਿਕਟ ਸਰਚ ਕਰੋ ਤਾਂ ਤੁਹਾਨੂੰ ਨਾਰਮਲ ਰੇਟ ਦੀ ਟਿਕਟ ਮਿਲਦੀ ਹੈ, ਜੋ ਕੈਨੇਡਾ ਦਾ ਆਮ ਰੇਟ ਹੈ 50,000 ਤੋਂ ਲੈ ਕੇ 60,000 ਦੇ ਵਿੱਚ। ਤੁਸੀਂ ਆਪ ਸਰਚ ਕਰ ਸਕਦੇ ਹੋ, ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ ਕਿੱਥੋਂ ਸਰਚ ਕਰੀਏ, ਕਿਵੇਂ ਪਤਾ ਲੱਗੇਗਾ ਉਸ ਮਹੀਨੇ ਦੀ ਟਿਕਟ। ਮੈਂ ਅੱਜ ਵੀ ਸਰਚ ਕੀਤੀ ਹੈ, 58,000 ਦੀ ਟਿਕਟ ਹੈ। ਸਾਡੇ ਇੱਕ ਸਟੂਡੈਂਟ ਦਾ ਹੁਣੀ ਵੀਜ਼ਾ ਆਇਆ ਹੈ ਤਾਂ ਉਹਦਾ ਜਨਵਰੀ ਇਨਟੇਕ ਆ, ਅਸੀਂ ਆਨਲਾਈਨ ਕਲਾਸਾਂ ਬੁੱਕ ਕਰਾਈਆਂ ਇੱਕ ਸਮੈਸਟਰ ਦੇ ਲਈ, ਤਾਂ ਉਹਦੀ 22 ਅਪ੍ਰੈਲ ਦੀ ਅਸੀਂ ਟਿਕਟ ਕਰਾ ਕੇ ਦਿੱਤੀ ਹੈ ਵੀ ਤੂੰ 22 ਅਪ੍ਰੈਲ ਦੀ ਟਿਕਟ ਕਰਾਓ ਤੇ ਉਸ ਤੋਂ ਬਾਅਦ ਹੀ ਤੁਸੀਂ ਜਾਓ ਕਿ ਤੁਹਾਨੂੰ ਨਾਰਮਲ ਰੇਟ ਤੇ ਮਿਲਣਾ ਹੈ। ਯਦੀ ਅੱਜ ਉਹੀ ਸਟੂਡੈਂਟ ਜਾ ਰਿਹਾ ਤਾਂ 2 ਲੱਖ ਰੁਪਏ ਲੱਗੇਗਾ, ਤਾਂ ਬੈਟਰ ਹੈ ਕਿ 1.5 ਲੱਖ ਰੁਪਏ ਦਾ ਉਹ ਜਾ ਕੇ ਕੰਮ ਵੀ ਕਰੇਗਾ ਜਾਂ ਕੁਝ ਵੀ ਕਰੇਗਾ, ਤਾਂ ਇਸ ਤੋਂ ਚੰਗਾ ਬੈਟਰ ਕਿ ਸਟੂਡੈਂਟ ਇੱਥੇ ਹੀ ਪੜ੍ਹ ਲੈ ਇੰਨੀ ਦੇਰ। ਇੱਕ ਹੋਰ ਸਿੰਗਲਾ ਸਾਹਿਬ ਬੜੀ ਜਿਹੜੀ ਕਾਮਨਲੀ ਗੱਲ ਚੱਲਦੀ ਹੈ, ਪਰ ਡਿਸਕਸ਼ਨ ਵੀ ਕਰਦੇ ਆ ਕਈ ਵਾਰੀ, ਅਸੀਂ ਵੀ ਬਹੁਤ ਸਾਰੀ ਇਮੀਗ੍ਰੇਸ਼ਨ ਏਜੰਸੀਆਂ ਦੇ ਵਿੱਚ ਜਾਂਦੇ ਆ ਤੇ ਪਿੱਛੇ ਜੇ ਇੱਕ ਸੁਣ ਰਹੇ ਸੀ ਵੀ ਬਾਇਓਮੈਟ੍ਰਿਕ ਨਹੀਂ ਮਿਲ ਰਿਹਾ ਆਪਾਂ ਨੂੰ, ਡੇਟ ਨਹੀਂ ਮਿਲ ਰਹੀ। ਤੇ ਬਾਇਓਮੈਟ੍ਰਿਕ ਚਲੋ ਨਹੀਂ ਕਹਿਣਾ ਚੰਗਾ ਲੱਗਦਾ ਕਿਉਂਕਿ ਇਹ ਗੱਲ ਕਈ ਵਾਰੀ ਪੁਖਤਾ ਨਹੀਂ ਹੁੰਦੀ ਗੱਲ, ਲੱਗਦਾ ਸੀ ਵੀ ਇਹ ਮੁੱਦਾ ਜਿਹੜਾ ਨਹੀਂ ਚੱਕਣਾ ਚਾਹੀਦਾ, ਪਰ 20-25 ਹਜ਼ਾਰ 'ਚ ਬਾਇਓਮੈਟ੍ਰਿਕ ਜਿਹੜੀ ਉਹ ਮਿਲ ਰਹੀ ਸੀ। ਤੇ ਅੱਜ ਪੰਜਾਬ ਸਰਕਾਰ ਦੀ ਲੇਟੈਸਟ ਹੀ ਜਿਹੜੀ ਨਿਊਜ਼ ਆਈ ਆ ਵੀ ਜਿਹੜਾ ਸਕੰਜਾ ਇੱਕ ਕੱਸਿਆ ਜਾ ਰਿਹਾ ਸੈਂਟਰਾਂ ਤੇ ਇਮੀਗ੍ਰੇਸ਼ਨ ਸੈਂਟਰਾਂ ਤੇ ਖਾਸ ਕਰ ਉਹਨਾਂ ਨੇ ਵਿਸ਼ੇਸ਼ ਰੂਪ 'ਚ ਲਿਖਿਆ ਵੀ ਬਾਇਓਮੈਟ੍ਰਿਕ ਦੇ ਵਿੱਚ ਹੋ ਰਹੀ ਧਾਂਦਲੀ ਨੂੰ ਵੀ ਰੋਕਿਆ ਜਾਵੇਗਾ, ਜੋ ਇਸ ਗੱਲ ਤੇ ਮੋਹਰ ਲਗਾਉਂਦੀ ਹੈ ਵੀ ਬਾਇਓਮੈਟ੍ਰਿਕ ਦੇ ਵਿੱਚ ਕਿਤੇ ਨਾ ਕਿਤੇ ਧਾਂਦਲੀ ਹੋ ਰਹੀ ਹੈ। ਬਾਇਓਮੈਟ੍ਰਿਕ ਦੀ ਡੇਟ ਲੈਣ ਦੇ ਵਿੱਚ ਮਾਫੀ ਚਾਹੁੰਦਾ ਵੀ ਜੋ ਸਹੀ ਸ਼ਬਦ ਨੇ, ਤੇ ਇਹਦੇ ਬਾਰੇ ਜਿਹੜਾ ਥੋੜਾ ਸਪਸ਼ਟ ਕਰੋਗੇ। ਕਿਉਂਕਿ ਜਦੋਂ ਅਸੀਂ ਆਪਣਾ ਕਿਸੇ ਵੀ ਬੱਚੇ ਦਾ ਬਾਇਓਮੈਟ੍ਰਿਕ ਦਾ ਅਸੀਂ ਸਲੋਟ ਬਣਾਉਂਦੇ ਆ ਤਾਂ ਉੱਥੇ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਰਾ ਕੁਝ ਬਲੈਂਕ ਆ, ਉੱਥੇ ਕੋਈ ਸੀਟਸ ਅਵੇਲੇਬਲ ਨਹੀਂ ਦਿਖ ਰਹੀ ਜੀ, ਬਟ ਅਸੀਂ ਸਟੂਡੈਂਟਸ ਨੂੰ ਇੱਕ ਵਾਰ ਕਹਿੰਦੇ ਹਾਂ ਕਿ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਸ਼ਨ ਕਰਾਓ ਜੀ। ਜਦੋਂ ਦੇਖੋ ਆਹ ਇੱਕ ਪ੍ਰੋਸੈਸ ਦਾ ਪਾਰਟ ਹੈ ਬਾਇਓਮੈਟ੍ਰਿਕਸ, ਤਾਂ ਜਦੋਂ ਇਮੀਗ੍ਰੇਸ਼ਨ ਨੂੰ ਲੱਗਦਾ ਹੈ ਕਿ ਉਹ ਬਾਇਓਮੈਟ੍ਰਿਕ ਦੀ ਡਿਮਾਂਡ ਕਰਨਗੇ ਤਾਂ ਤੁਹਾਡਾ ਆਟੋਮੈਟਿਕਲੀ ਉੱਥੇ ਸਲੋਟ ਉਹ ਆਟੋਮੈਟਿਕਲੀ ਕੋਈ ਨਾ ਕੋਈ ਤਾਂ ਤੁਹਾਨੂੰ ਡੇਟ ਦੇਣਗੇ ਜੀ। ਬਟ ਜੇ ਅਸੀਂ ਗੱਲ ਕਰੀਏ ਕਿ ਬੱਚੇ ਨੂੰ ਕਈ ਵਾਰ ਬੱਚਾ ਕਹਿੰਦਾ ਕਿ ਨਹੀਂ ਜੀ ਮੈਨੂੰ ਤਾਂ ਜ਼ਿਆਦਾ ਜਲਦੀ ਹੈ ਜੀ, ਸ਼ਾਇਦ ਮੇਰਾ ਨੈਕਸਟ ਡੇ ਰਿਜ਼ਲਟ ਆ ਜੇ ਜੀ, ਤਾਂ ਉਸ ਕਰਕੇ ਫਿਰ ਬੱਚਾ ਬਲੈਕ ਮਾਰਕੀਟਿੰਗ ਵਾਲੇ ਕੋਲੇ ਚਲੇ ਜਾਂਦਾ, ਜਿਹੜੇ ਗ੍ਰੇ ਮਾਰਕੀਟ ਦੇ ਵਿੱਚ ਬਹੁਤ ਸਾਰੇ ਸਾਡੇ ਏਜੰਟ ਭਾਈ ਹੈਗੇ, ਉਹ ਦਿੱਲੀ ਹੈ, ਲੁਧਿਆਣੇ ਹੈ, ਜਿੱਥੇ ਵੀ ਹੈ, ਉਹ ਇਸ ਚੀਜ਼ ਦੀ ਪੁਖਤਾ ਕਰ ਰਹੇ ਨੇ ਵੀ ਆਹ ਡੇਟ ਦੀ ਮਿਲ ਜਾਏਗੀ, ਇਸ ਡੇਟ ਦੀ ਮਿਲ ਜਾਏਗੀ। ਉਹ ਕਿਉਂਕਿ ਮੈਂ ਪਹਿਲਾਂ ਹੀ ਤੁਹਾਨੂੰ ਗੱਲ ਕੀਤੀ ਹੈ ਕਿ ਜਿਹੜੀ ਗ੍ਰੇ ਮਾਰਕੀਟ ਹੈ, ਬਲੈਕ ਮਾਰਕੀਟ ਹੈ, ਇਹਨਾਂ ਲਈ ਇੱਕ ਓਪਰਚੁਨਿਟੀ ਹੁੰਦੀ ਹੈ, ਚਾਹੇ ਕੁਝ ਵੀ ਹੈ, ਚਾਹੇ ਉਹ ਟਿਕਟ ਹੈ, ਚਾਹੇ ਉਹ ਬਾਇਓਮੈਟ੍ਰਿਕਸ ਦੀ ਡੇਟ ਹੈ, ਚਾਹੇ ਉਹ ਵੀਜ਼ਾਸ ਦੀ ਹੈ। ਮੇਨ ਜਿਹੜੀ ਗੱਲ ਹੈ ਉਹ ਇਹਦਾ ਸਾਰਾਂਸ਼ ਨਿਕਲਦਾ ਹੈ ਵੀ ਇੱਕ ਤਾਂ ਜਿਹੜਾ ਵੀ ਸਟੂਡੈਂਟ ਹੈ, ਇਹ ਇਸ ਤਰ੍ਹਾਂ ਦੀ ਕਹਾਵਤ ਬਣ ਚੁੱਕੀ ਹੈ ਵੀ ਜਿਹੜਾ ਇੱਕ ਵਾਰੀ ਥਾਈਲੈਂਡ ਘੁੰਮ ਕੇ ਆ ਜਾਂਦਾ ਤੇ ਉਹ ਦੂਸਰੀ ਏਜੰਟ ਬਣ ਜਾਂਦਾ ਸੀ। ਇਹੀ ਗੱਲ ਸਾਡੀ ਸ਼ਾਇਦ ਇੱਥੇ ਸਟੂਡੈਂਟ ਵੀਜ਼ੇ ਵੀ ਲਾਗੂ ਹੋ ਰਹੀ ਆ ਵੀ ਜਿਹੜੇ 2 ਸਟੂਡੈਂਟ ਇੱਕ ਘਰ ਦੇ ਵਿੱਚੋਂ ਜਾਂਦੇ ਨੇ ਉਹ ਸੋਚਣ ਲੱਗ ਜਾਂਦੇ ਨੇ ਵੀ ਸਾਨੂੰ ਕਿਸੇ ਵੀ ਸਲਾਹਕਾਰ ਦੀ ਲੋੜ ਨਹੀਂ ਹੈ, ਪਰ ਬਹੁਤ ਸਾਰੀਆਂ ਬਰੀਕ ਗੱਲਾਂ ਨੇ, ਬਹੁਤ ਸਾਰੇ ਬਰੀਕ ਪੇਪਰ ਨੇ, ਬਹੁਤ ਸਾਰੇ ਜ਼ਰੂਰੀ ਜਿਹੜੇ ਕਾਗਜ਼ਾਤ ਨੇ, ਬਹੁਤ ਸਾਰੇ ਜ਼ਰੂਰੀ ਜਿਹੜੀਆਂ ਆਪਾਂ ਪੇਪਰ ਵਰਕ ਆ ਜਿਹੜਾ ਕਰਨਾ ਹੁੰਦਾ ਆ, ਉਹ ਜਿਹੜਾ ਕਈ ਵਾਰੀ ਘਰ ਬੈਠ ਕੇ ਨਹੀਂ ਹੁੰਦਾ। ਹਰ ਜਿਹੜਾ ਇੰਸਟੀਚਿਊਟ ਆ, ਹਰ ਜਿਹੜਾ ਕਾਲਜ ਆ, ਯੂਨੀਵਰਸਿਟੀ ਜੋ ਅਬਰੋਡ ਦੇ ਵਿੱਚ ਆ, ਉਹਦੀ ਜਿਹੜੀ ਆਪਣੀ ਰੂਪ ਰੇਖਾ ਅਲੱਗ ਹੈ, ਉਹਦੀਆਂ ਗਾਈਡਲਾਈਨਸ ਅਲੱਗ ਨੇ। ਵੀਜ਼ਾ ਪ੍ਰੋਸੈਸਿੰਗ ਇੱਕ ਹੋ ਸਕਦੀ ਹੈ ਵੀ ਆਪਾਂ ਇੱਕ ਫਾਰਮ ਭਰ ਕੇ ਐਮਬੈਸੀ ਦੇ ਵਿੱਚ ਦੇਣਾ ਹੈ, ਪਰ ਜਿਹੜੀ ਅਸੀਂ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਪੇਪਰ ਦਿੰਦੇ ਆ ਉਹ ਥੋੜ੍ਹਾ ਜਿਹਾ ਉਹਦਾ ਡਿਫਰੈਂਟ ਪ੍ਰੋਸੀਜਰ ਹੁੰਦਾ ਆ। ਸੋ ਕਿਸੇ ਰਜਿਸਟਰਡ ਕੰਸਲਟੈਂਟ ਜਿਹੜੇ ਨੇ, ਜਿਹੜੇ ਗੌਰਮੈਂਟ ਵੱਲੋਂ ਅਪਰੂਵਡ ਨੇ, ਉਹਨਾਂ ਦੀ ਸਲਾਹ ਜ਼ਰੂਰ ਲਓ। ਰਜਿਸਟਰਡ ਇਸ ਲਈ ਆਪਾਂ ਨੂੰ ਜ਼ਰੂਰੀ ਆ ਵੀ ਆਪਾਂ ਉਹ ਜਵਾਬਦੇਹ ਹੁੰਦੇ ਨੇ, ਉਹਨਾਂ ਨੇ ਸਰਕਾਰ ਤੋਂ ਲਾਇਸੈਂਸ ਲਏ ਨੇ ਤੇ ਸਰਕਾਰ ਨੂੰ ਤੇ ਸਟੂਡੈਂਟ ਦੇ ਪ੍ਰਤੀ ਉਹ ਜਵਾਬਦੇਹ ਨੇ। ਤੇ ਜਿਹੜੀਆਂ ਹਰ ਗਲੀ ਮੁਹੱਲੇ ਦੇ ਵਿੱਚ ਸਾਡੇ ਏਜੰਟ ਨੇ, ਬੇਸ਼ੱਕ ਉਹਨਾਂ ਨੂੰ ਨੌਲੇਜ ਵੀ ਹੋਵੇ ਪਰ ਉਹ ਜਵਾਬਦੇਹ ਨਹੀਂ ਹੋ ਸਕਦੇ। ਤੇ ਕਈ ਵਾਰੀ ਇਹ ਗੱਲ ਨਾਲ ਵੀ ਜਿਹੜੀ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਤੇ ਸਟੂਡੈਂਟ ਜਿਹੜਾ ਆ ਉਹ ਕਿਤੇ ਨਾ ਕਿਤੇ ਜਾ ਕੇ ਮੁਸ਼ਕਲ 'ਚ ਫਸ ਜਾਂਦਾ ਆ। ਕੀ ਇਹਦੇ ਬਾਰੇ ਵੀ ਸਚਿਨ ਜੀ ਤੁਸੀਂ ਕੁਛ ਨਾ ਕੁਛ ਕਹਿਣਾ ਚਾਹੋਗੇ? ਸਰ ਗੱਲ ਇਹਦਾ ਵੀ ਜਿਹੜਾ ਰਜਿਸਟਰਡ ਏਜੰਟ ਹੋਏਗਾ ਘੱਟੋ ਘੱਟ ਪੂਰਾ ਗਵਰਨਮੈਂਟ ਆਫ ਇੰਡੀਆ ਦੀ ਜਾਂ ਗਵਰਨਮੈਂਟ ਆਫ ਪੰਜਾਬ ਦੀ ਸਾਰੀ ਗਾਈਡਲਾਈਨਸ ਨੂੰ ਪੂਰਾ ਕਰਦਾ ਹੋਏਗਾ, ਚਾਹੇ ਸਟੂਡੈਂਟਸ ਦੀ ਹੈਗੀ, ਇਮਾਈਗ੍ਰੇਟਰ ਲਾਇਸੈਂਸਿੰਗ ਹੈਗੀ ਹੈ, ਚਾਹੇ ਹਿਊਮਨ ਟ੍ਰੈਫਿਕਿੰਗ ਸਮਗਲਿੰਗ ਐਕਟ ਦੇ ਵਿੱਚ ਉਹ ਪੰਜਾਬ 'ਚ ਰਜਿਸਟਰ ਹੈ। ਹਰ ਜਗ੍ਹਾ ਰਜਿਸਟ੍ਰੇਸ਼ਨ ਜਿਹੜੀ ਹੈਗੀ ਉਹ ਬਹੁਤ ਕੰਪਲਸਰੀ ਹੈ ਕਿ ਬਿਜ਼ਨਸ ਲਾਇਸੈਂਸ ਲੈਣਾ ਔਰ ਉਸਨੂੰ ਚਲਾਉਣਾ
ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ, ਕਿਉਂਕਿ ਜਦ ਤੱਕ ਤੁਹਾਡੇ ਕੋਲ ਲਾਇਸੈਂਸ ਹੀ ਨਹੀਂ ਹੈਗਾ ਤਾਂ ਤੁਸੀਂ ਕਿਵੇਂ ਚਲਾ ਸਕਦੇ ਹੋ? ਕਿਉਂਕਿ ਜੇ ਤੁਹਾਡੇ ਕੋਲ ਹਿਊਮਨ ਸਮਗਲਿੰਗ ਦਾ ਇੱਕ ਵਾਰ ਤੁਹਾਡੇ ਤੇ FIR ਹੋਊਗੀ ਤਾਂ ਤੁਸੀਂ ਦੇਖ ਲਓ ਕਿ ਉਸ ਚੀਜ਼ ਦਾ ਕੀ ਅੱਗੇ ਹਾਸਿਲ ਹੋਏਗਾ ਬੰਦੇ ਦਾ। ਤਾਂ ਜੇ ਤੁਹਾਡਾ ਬਾਈ ਚਾਂਸ ਐਸੇ ਹੀ ਨਾਨ ਰਜਿਸਟਰਡ ਬੰਦੇ ਕੋਲ ਕੇਸ ਹੈਗਾ ਔਰ ਬਾਈ ਚਾਂਸ ਉਹਦਾ ਕੋਈ ਵੀ ਕੇਸ ਇੱਕ ਲਿਟੀਗੇਸ਼ਨ 'ਚ ਚਲਾ ਗਿਆ ਤਾਂ ਤੁਹਾਡਾ ਸਾਰਾ ਕੇਸ ਵੀ ਆਟੋਮੈਟਿਕਲੀ ਉਹ ਸਟਕ ਹੋ ਜਾਏਗਾ। ਜੇ ਉਸ ਬੰਦੇ ਦੇ ਉੱਤੇ ਕੋਈ ਵੀ FIR ਹੋ ਜਾਂਦੀ ਹੈ ਤਾਂ ਬੰਦੇ ਨੂੰ ਅੰਦਰ ਕਰ ਦਿੰਦੀ ਹੈ ਸਰਕਾਰ, ਤਾਂ ਤੁਹਾਡੀ ਵੀ ਐਪਲੀਕੇਸ਼ਨ ਇੱਕ ਤਰ੍ਹਾਂ ਦੀ ਸਟਕ ਹੋ ਜਾਏਗੀ, ਕਿਉਂਕਿ ਤੁਹਾਨੂੰ ਖੁਦ ਨੂੰ ਨਹੀਂ ਪਤਾ ਕਿ ਤੁਹਾਡੀ ਐਪਲੀਕੇਸ਼ਨ ਕਿਹੜੀ ਸਟੇਜ ਤੇ ਕਿੱਥੇ ਪਹੁੰਚੀ ਹੋਈ ਹੈ। ਹੁਣ ਅਸੀਂ ਗੱਲ ਕਰੀਏ ਜਿਹੜੇ ਹੁਣ ਆਇਲਸ ਇੰਸਟੀਟਿਊਸ਼ਨ ਘਰਾਂ ਦੇ ਵਿੱਚ ਖੁੱਲੇ ਹੋਏ ਆ, ਹੁਣ ਉਹਨਾਂ ਕੋਲ ਕੀ ਹੁੰਦਾ ਕਿ ਉਹ ਇੰਟਰਨੈਟ ਤੇ ਮਟੀਰੀਅਲ ਡਾਊਨਲੋਡ ਕਰਦੇ ਆ, ਉਹੀ ਪੜ੍ਹਾ ਦਿੰਦੇ ਆ ਬੱਚਿਆਂ ਨੂੰ। ਉਸੇ ਕਰਕੇ ਬੱਚਿਆਂ ਦਾ ਜਿਹੜਾ ਇੱਕ ਅੱਧਾ ਬੈਂਡ ਹੈ ਉਹ ਕਦੇ 5.5 ਰਹਿ ਗਿਆ, ਕਿਸੇ ਰੀਡਿੰਗ 'ਚ ਰਹਿ ਗਿਆ, ਕਿਸੇ ਰਾਈਟਿੰਗ 'ਚ ਰਹਿ ਗਿਆ, ਕਿਸੇ ਸਪੀਕਿੰਗ 'ਚ ਰਹਿ ਗਿਆ, ਕਿਉਂਕਿ ਉਹ ਜਿਹੜੀ ਨਵਾਂ ਜਿਵੇਂ ਹੁਣ ਅਸੀਂ IDP ਦਾ ਰਜਿਸਟਰ ਏਜੰਟ ਹੈਗੇ ਆ ਜਾਂ ਹੋਰ ਹੈਗੇ, ਜੋ ਵੀ ਸਾਡੇ ਕੋਲ ਨਵਾਂ ਮਟੀਰੀਅਲ ਆਉਂਦਾ ਸੀ ਉਹ ਬੱਚੇ ਨੂੰ ਨਵਾਂ ਪੜ੍ਹਾਉਣਾ ਹੈ, ਨਾ ਕਿ ਅਸੀਂ ਪੁਰਾਣਾ ਵਰਜਨ ਪੜ੍ਹਾਉਣਾ। ਹੁਣ ਤੱਕ 16 ਵੋਲੀਅਮ ਇੱਕ ਤਰ੍ਹਾਂ ਦੀ ਬੁੱਕਸ ਤੇ ਆ ਚੁੱਕੀ ਹੈ। ਹੁਣ ਅਸੀਂ ਡਾਊਨਲੋਡ ਤਾਂ ਉਹੀ 12 ਜਾਂ 13 ਹੀ ਕਰ ਰਹੇ ਹਾਂ ਸਾਰੇ ਜਿਹੜੇ ਘਰਾਂ ਦੇ ਵਿੱਚ ਪੜ੍ਹਾ ਰਹੇ ਹੋ। ਤਾਂ ਕਿਆ ਤੁਸੀਂ ਲੇਟੈਸਟ ਵੋਲੀਅਮ ਪੜ੍ਹਾ ਰਹੇ ਹੋ? ਨਵਾਂ ਕੀ ਆਇਆ ਬੁੱਕਸ ਦੇ ਵਿੱਚ, ਕੀ ਪੜ੍ਹਾਇਆ ਜਾਏਗਾ, ਆਇਲਸ ਵਿੱਚ ਕੀ ਨਵੀਆਂ ਅਮੈਂਡਮੈਂਟਸ ਹੈਗੀਆਂ ਨੇ, ਕੀ ਨਵੀਆਂ ਟੈਕਨੀਕਸ ਹੈਗੀਆਂ ਨੇ, ਕਿਸ ਤਰ੍ਹਾਂ ਬੱਚਾ ਆਇਲਸ ਨੂੰ ਕਰੈਕ ਕਰਦਾ। ਆਇਲਸ ਕੋਈ ਬਹੁਤ ਬੜੀ ਚੀਜ਼ ਨਹੀਂ ਹੈਗੀ, ਬਟ ਇਸ ਨੂੰ ਬੱਚਾ ਕਿਸ ਤਰੀਕੇ ਨਾਲ ਅੱਛੇ ਬੈਂਡ ਲੈ ਸਕਦਾ, ਉਹ ਜਿਹੜਾ ਇੱਕ ਰਜਿਸਟਰਡ ਇੰਸਟੀਟਿਊਸ਼ਨ ਉਹ ਜ਼ਿਆਦਾ ਬੈਟਰ ਸਮਝਾ ਸਕਦਾ ਐਜ਼ ਪਰ ਹੋਮ ਟਿਊਸ਼ਨਸ। ਸੋ ਐਟ ਦੀ ਐਂਡ ਤੁਸੀਂ ਜਿਹੜਾ ਹੁਣ ਇੱਕ ਭੰਬਲ ਭੁੱਸਾ ਪਿਆ ਹੋਇਆ ਜੀ ਵੀਜ਼ਿਆਂ ਦਾ ਤੇ ਟਰੈਵਲਿੰਗ ਦਾ, ਜੇ ਤੁਸੀਂ 2 ਸ਼ਬਦਾਂ 'ਚ ਕਹਿਣਾ ਚਾਹੋਗੇ ਤਾਂ ਸਟੂਡੈਂਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਤਾਂ ਜੋ ਥੋੜਾ ਪੋਜ਼ਿਟਿਵ ਵੀ ਰਹਿਣ ਤੇ ਥੋੜਾ ਸਟ੍ਰੈਸ ਵੀ ਘੱਟ ਲੈਣ ਔਰ ਫਿਊਚਰ ਬਾਰੇ ਵੀ ਸੋਚ ਸਕਣ? ਸਭ ਆਪਾਂ ਕਨਕਲੂਜਨ ਤੇ ਇਸ ਗੱਲ ਦੇ ਉੱਤੇ ਆ ਕੇ ਨਿਕਲੇ ਆ ਕਿ ਜਿਹੜੇ ਸਟੂਡੈਂਟ ਹੈਗੇ ਨੇ ਉਹ ਬੀ ਪੋਜ਼ਿਟਿਵ ਰਹਿਣ। ਕੈਨੇਡਾ ਇੱਕ ਅੱਛਾ ਕੰਟਰੀ ਹੈ, ਮਲਟੀਕਲਚਰਸ ਕੰਟਰੀ ਹੈ, ਜਿਹੜਾ ਕਿ ਵੀਜ਼ਾਸ ਪਹਿਲਾਂ ਵੀ ਸਟੂਡੈਂਟ ਦੇ ਫੇਵਰ ਦੇ ਵਿੱਚ ਰਿਹਾ, ਹੁਣ ਵੀ ਫੇਵਰ ਦੇ ਵਿੱਚ ਹੈ, ਕਿਉਂਕਿ ਬਹੁਤ ਸਾਰੀ ਫਾਈਲ ਸਟਕ ਹੋਣ ਕਰਕੇ ਪ੍ਰੈਸ਼ਰ ਅੰਡਰ ਪ੍ਰੈਸ਼ਰ ਵੀ ਹੋ ਸਕਦਾ ਰਿਫਿਊਜ਼ਲ ਹੈ, ਕੋਈ ਪ੍ਰੋਬਲਮ ਨਹੀਂ ਹੈਗੀ। ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨਸ ਨੂੰ ਉਹਨੂੰ ਦੁਬਾਰਾ ਪੁੱਟ ਅਪ ਕਰੋ, ਇਨਟੇਕ ਦੇਖ ਕੇ ਜਿਹੜਾ ਹੈ ਘੱਟੋ ਘੱਟ ਉਸ ਇਨਟੇਕ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਦੀ ਡੇਟ ਦੇ ਵਿੱਚ ਘੱਟੋ ਘੱਟ 2.5 ਤੋਂ 3 ਮਹੀਨੇ ਦਾ ਡਿਫਰੈਂਸ ਰੱਖ ਕੇ ਚੱਲੋ। ਜੇ ਤੁਹਾਨੂੰ ਸਭ ਤੋਂ ਜ਼ਿਆਦਾ ਲੱਗਦਾ ਕਿ ਇਸ ਪਿਛਲੇ ਪ੍ਰੋਗਰਾਮ ਦੀ ਸੀਟਸ ਮੈਨੂੰ ਨਹੀਂ ਮਿਲ ਰਹੀ ਹੈ, ਤਾਂ ਜੇ ਸਪਟੈਂਬਰ ਇਨਟੇਕ ਦੇ ਵਿੱਚ ਤੁਹਾਨੂੰ ਸੀਟ ਮਿਲ ਰਹੀ ਹੈ ਤਾਂ ਤੁਸੀਂ ਆਪਣਾ ਹੁਣੀ ਸੀਟ ਬੁੱਕ ਕਰ ਲਓ, ਕਿਉਂਕਿ ਮਈ ਦੇ ਵਿੱਚ ਜਦੋਂ ਦੁਬਾਰਾ +2 ਦਾ ਰਿਜ਼ਲਟ ਆਉਣਾ ਹੈ ਤਾਂ ਫਿਰ ਤੁਹਾਡੇ ਲਈ ਕੰਪੀਟੀਸ਼ਨ ਹੋਰ ਜ਼ਿਆਦਾ ਟਫ ਹੋ ਜਾਣਾ ਹੈ। ਤਾਂ ਇਸ ਤੋਂ ਪਹਿਲਾਂ ਕਿ ਤੁਸੀਂ ਆਪਣੀ ਸਤੰਬਰ ਔਰ ਮਈ ਦੀ ਐਪਲੀਕੇਸ਼ਨਸ ਹੁਣੀ ਪੁੱਟ ਅਪ ਕਰਕੇ ਆਪਣੀ ਐਪਲੀਕੇਸ਼ਨ ਐਮਬੈਸੀਜ਼ ਦੇ ਵਿੱਚ ਪੁੱਟ ਅਪ ਰੱਖੋ। ਠੀਕ ਹੈ ਜੀ, ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ। ਹਲਕੀਆਂ ਫੁਲਕੀਆਂ ਗੱਲਾਂ ਸੀ, ਸਿਰਫ ਇੱਕ ਬੂਸਟ ਸੀ ਸਟੂਡੈਂਟਸ ਦੇ ਲਈ, ਕਿਉਂਕਿ ਸਮਾਂ ਜੇ ਥੋੜਾ ਬੂਸਟ ਮਿਲਦਾ ਰਹੇ ਤਾਂ ਜਾਣਕਾਰੀ ਮਿਲਦੀ ਰਹਿੰਦੀ ਹੈ। ਬਾਕੀ ਤੁਸੀਂ ਇਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਹੋ। 22 ਨੰਬਰ ਫਾਟਕ ਸਿਟੀ ਸੈਂਟਰ ਦੇ ਵਿੱਚ ਵੈਂਚਰ ਇਮੀਗ੍ਰੇਸ਼ਨ ਦੇ ਨਾਮ ਤੇ ਬੜਾ ਹੀ ਇੱਕ ਓਨੈਸਟਲੀ ਜਿਹੜਾ ਵਰਕ ਚਲਾ ਰਹੇ ਨੇ। ਕੋਈ ਵੀ ਜਿਹੜੀ ਇਹਨਾਂ ਦੀ ਸਲਾਹ ਆ ਉਹ ਵਿਦਆਊਟ ਐਨੀ ਕੰਸਲਟੈਂਸੀ ਇਹ ਤੁਹਾਨੂੰ ਫ੍ਰੀ ਮੁਹੱਈਆ ਕਰਾਉਂਦੇ ਨੇ। ਸੋ ਬਹੁਤ ਬਹੁਤ ਧੰਨਵਾਦ ਸਿੰਗਲਾ ਜੀ ਤੁਹਾਡਾ। ਥੈਂਕ ਯੂ। ਧੰਨਵਾਦ।